ਕਿੰਨੇ ਬੱਚੇ ਨੇ? 6 ਬੱਚੇ, ਕਿੰਨੇ ਬੇਟੇ ਕਿੰਨੇ ਬੇਟੇ? 3 ਬੇਟੇ 3 ਬੇਟੀਆਂ। ਸ਼ੋਰ ਵੀ ਰਿਕਸ਼ਾ ਚਲਾਉਂਦਾ ਵਾ। ਕੀ ਮਸਲਾ ਹੋਇਆ ਹੈ? ਵੱਟੇ ਸੱਟੇ ਦਾ ਮਤਲਬ ਮਸਲਾ ਹੈ ਤੇ ਇਸ ਵਜ੍ਹਾ ਤੋਂ ਮਤਲਬ ਤਲਾਕ। ਵੱਡੇ ਸੜੇ ਦੀ ਵਜ੍ਹਾ ਤੋਂ ਹਾਂਜੀ ਉਹਨਾਂ ਦੀ ਲੜਾਈ ਝਗੜੇ ਦੀ ਵਜ੍ਹਾ ਤੋਂ ਤੁਹਾਡਾ ਵੀ ਘਰ ਖਰਾਬ ਹੋ ਗਿਆ। ਹਾਂਜੀ, ਵੱਟੇ ਸੱਟੇ ਤੇ ਕਰ ਲੈਂਦੇ, ਫਿਰ ਇੱਕ ਨਾ ਤਾਂ ਦੂਸਰਾ ਤਾਂ ਫਿਰ ਹੋਣਾ ਹੀ ਹੋਣਾ ਹੁੰਦਾ। ਕਿੰਨਾ ਟਾਈਮ ਹੋ ਗਿਆ ਘਰ ਛੱਡ ਕੇ? 12-13 ਸਾਲ ਹੋ ਗਏ। 12-13 ਸਾਲ। ਆਦੀ ਮਿਹਨਤ ਮਜ਼ਦੂਰੀ ਕਰਕੇ ਆਦਾ ਮਤਲਬ ਟਾਈਮ ਪਾਸ ਕਰ ਰਹੀ ਹਾਂ। ਲੋਕੀ ਗੱਲਾਂ ਕਰਦੇ ਨੇ। ਤੁਹਾਡੇ ਜਿਹੜੇ ਬੇਟੇ ਨੇ ਉਹਨਾਂ ਨੇ भी नहीं समझाया, कानूनी कहते से रखना है। नहीं। अस्सलाम वालेकुम नाज़रीन, मैं हूं मेरा बाइकर। नाज़रीन, इस टाइम मेरे साथ एक ऐसी माँ जी मौजूद है जिनके शौहर ने उनको डिवोर्स दे दिया। डिवोर्स देने के बाद घर से बाहर निकाल दिया और बच्चे देने से इनकार कर दिया। माँ जी से हम बात करते हैं और पूछते हैं कि आखिर ऐसा क्यों किया। अस्सलाम वालेकुम माँ जी। वालेकुम सलाम। माँ जी की नाम ਤੁਹਾਡਾ? सुल्तान बीबी। कित्थों ਦੇ ਰਹਿਣ ਵਾਲੇ ਹੋ? साहिवाल ने। किन्ने बच्चे ने? 6 ਬੱਚੇ, किन्ने बेटे किन्ने बेटे? 3 ਬੇਟੇ 3 ਬੇਟੀਆਂ। जवान ने? ਹਾਂਜੀ ਜਵਾਨ। शादियां हो गई हैं? ਹਾਂਜੀ ਕੁੜੀਆਂ ਦੀ ਸ਼ਾਦੀ ਹੋ ਗਿਆ, ਇੱਕ ਮੁੰਡੇ ਦੀ ਸ਼ਾਦੀ ਹੋ ਗਈ, 2 ਦਿਨ ਹੀ ਹੋਏ। अच्छा, शोहर की करते हैं? ਸ਼ੋਰ ਵੀ ਰਿਕਸ਼ਾ ਚਲਾਉਂਦਾ ਵਾ ਬਸ। ਹਾਂਜੀ अच्छा, ਤੇ ਤੁਹਾਨੂੰ ਕੀ ਹੋਇਆ ਹੈ? ਕੀ ਮਸਲਾ ਹੋਇਆ ਹੈ? ਬਸ ਮਤਲਬ ਘਰੇਲੂ ਹਾਲਾਤ ਐਸੇ ਮਤਲਬ ਵੱਟੇ ਸੱਟੇ ਦਾ ਮਤਲਬ ਮਸਲਾ ਹੈ ਤੇ ਇਸ ਵਜ੍ਹਾ ਤੋਂ ਮਤਲਬ ਤਲਾਕ। ਵੱਡੇ ਸੜੇ ਦੀ ਵਜ੍ਹਾ ਤੋਂ? ਹਾਂਜੀ, ਕੀ ਮਤਲਬ ਕੀ ਹੋਇਆ? ਵੱਡਾ ਘਰ ਵਿੱਚ ਲੜਾਈਆਂ ਝਗੜੇ ਉਹਨਾਂ ਦੇ ਆਪਸ ਚੱਲਦੇ ਮੁੜ ਨਾਲ ਸਾਡੇ ਵੀ ਚੱਲਦੇ, ਇਸ ਵਜ੍ਹਾ ਤੋਂ ਮਤਲਬ। ਤੁਹਾਡੀ ਸ਼ਾਦੀ ਜਿਹੜੀ ਹੈ ਉਹ ਵੱਡੇ ਸੱਟੇ ਦੀ ਹੋਈ ਹੈ? ਹਾਂਜੀ ਬਸ। ਯਾਨੀ ਕਿ ਕਿਸ ਤਰ੍ਹਾਂ ਵੱਡਾ ਸੱਟਾ ਕਿਸ ਤਰ੍ਹਾਂ ਆਇਆ? ਤੁਹਾਡੇ ਸ਼ੋਹਰ ਦੀ ਭੈਣ। sister ਦੀ ਸ਼ਾਦੀ ਤੁਹਾਡੇ ਭਾਈ ਨਾਲ ਹੋਈ ਹੋਈ? ਹਾਂਜੀ ਅੱਛਾ, ਉਹਨਾਂ ਦੀ ਲੜਾਈ ਝਗੜੇ ਦੀ ਵਜ੍ਹਾ ਤੋਂ ਤੁਹਾਡਾ ਵੀ ਘਰ ਖਰਾਬ ਹੋ ਗਿਆ। ਹਾਂਜੀ, ਕਿਉਂ? ਮਤਲਬ ਵੱਡੇ ਸੱਟੇ 'ਚ ਇੱਕ ਘਰ ਖਰਾਬ ਹੋਇਆ ਤੇ ਨਾਲ ਦੂਸਰਾ ਵੀ ਖਰਾਬ ਹੋ ਗਿਆ। ਬਸ ਹਾਲਾਤ ਹੀ ਇਸੇ ਤਰੀਕੇ ਦੇ ਮਤਲਬ ਵੱਟੇ ਸੱਟੇ ਤੇ ਕਰ ਲੈਂਦੇ, ਫਿਰ ਇੱਕ ਨਾ ਤਾਂ ਦੂਸਰਾ ਤਾਂ ਫਿਰ ਹੋਣਾ ਹੀ ਹੋਣਾ ਹੁੰਦਾ। ਹਾਂ, ਨਹੀਂ ਇੱਕ ਘਰ ਬਰਬਾਦ ਹੋ ਰਿਹਾ ਹੈ ਤੇ ਦੂਸਰਾ ਨਹੀਂ ਨਾ, ਇਸ ਤਰ੍ਹਾਂ ਨਹੀਂ ਹੁੰਦਾ। 3 ਬੇਟੇ ਨੇ, 3 ਬੇਟੀਆਂ, 6 ਤੁਹਾਡੇ ਬੱਚੇ ਨੇ। 6 ਬੱਚੇ ਨੇ ਨਾ, ਜਵਾਨ ਨੇ, ਸ਼ਾਦੀਆਂ ਵੀ ਹੋ ਗਈਆਂ ਨੇ, ਫਿਰ ਕਿਉਂ ਇਸ ਤਰ੍ਹਾਂ ਹੋਇਆ? ਬਸ ਉਹ ਹਾਲਾਤ ਹੀ ਇਸੇ ਤਰ੍ਹਾਂ ਦੇ ਹੈਗੇ ਮਤਲਬ ਘਰ ਕਿੰਨਾ ਟਾਈਮ ਹੋ ਗਿਆ ਘਰ ਛੱਡ ਕੇ? 12-13 ਸਾਲ ਹੋ ਗਏ 12-13 ਸਾਲ। ਜੀ। 12-13 ਸਾਲ ਜਦ ਛੱਡ ਕੇ ਆਏ ਜੇ, ਤਲਾਕ ਹੋ ਗਈ ਸੀ ਹਾਂਜੀ 8 ਸਾਲ ਹੋ ਗਏ ਤਲਾਕ ਹੋਏ ਨੂੰ। ਤੇ ਕਿਸੇ ਨੇ ਮਨਾ ਨਹੀਂ ਕੀਤਾ? ਨਹੀਂ ਮਨਾ, ਹੁਣ ਰਿਸ਼ਤੇਦਾਰ ਕਰਨ ਦਾ ਜਿਹੜੀ ਗਲਤੀ ਇਨਸਾਨ ਕਰ ਜਾਂਦਾ ਉਹ ਫਿਰ ਦੁਬਾਰਾ ਵਾਪਸ ਨਹੀਂ ਹੈ। ਆਦੀ ਮਿਹਨਤ ਮਜ਼ਦੂਰੀ ਕਰਕੇ ਆਦਾ ਮਤਲਬ ਟਾਈਮ ਪਾਸ ਕਰ ਰਹੀ ਹਾਂ। ਲੋਕੀ ਗੱਲਾਂ ਕਰਦੇ ਨੇ। ਕੀ ਕਹਿੰਦੇ ਨੇ? ਹਾਂ ਕਹਿੰਦੇ ਨੇ ਬਈ ਮੈਂ ਇੱਥੇ ਕਿਉਂ ਫਿਰਨੀ ਹੈ, ਕਿਉਂ ਇੱਥੇ ਇਸ ਤਰੀਕੇ ਬਣੀ ਹੈ, ਇੰਜ ਕਿਉਂ ਤੂੰ ਮਗੰਜ ਕਰ। ਮੈਂ ਆਪਣੀ ਮਜਬੂਰੀ ਵਾਸਤੇ ਮੈਂ ਤਾਂ ਘਰੋਂ ਲੜਾਈ ਝਗੜੇ ਨਾਲ ਆਈ ਹਾਂ ਤੇ ਉਹਨਾਂ ਦਾ ਪੇਟ ਤਾਂ ਪਾਲਣਾ, ਕਿਸ ਤਰ੍ਹਾਂ ਪਾਲਣਾ, ਮੰਗ ਪੈਨ के ही पालना। मेरे पास ना जब ठीक है नाज़रीन, जब मैं इस तरह के प्रोग्राम करती हूँ ना, मुझे समझ नहीं आती कि मैं क्या बोलूँ, मैं क्या कहूँ। एक वट्टे सट्टे की वजह से दूसरा घर कैसे बर्बाद हो सकता है, और बच्चे जवान हैं, बच्चों को समझ नहीं है, शोहर समझदार नहीं है कि एक घर ख़राब हो रहा है तो कम से कम एक घर तो आप ठीक रखें, उसको तो खुशहाल रखें। 3 बेटे 3 बेटियां जवान हैं और शादियां भी हो गई बच्चों की, और फिर भी बच्चों ने अपने बाप को नहीं समझाया, अपने वालिद को नहीं समझाया कि हमारी माँ है, किधर जाएगी, कहाँ रहेगी। ਤੁਹਾਡੇ ਜਿਹੜੇ ਬੇਟੇ ਨੇ ਉਹਨਾਂ ਨੇ ਵੀ ਨਹੀਂ ਸਮਝਾਇਆ, ਕਾਨੂੰਨੀ ਕਹਿੰਦੇ ਅਸੀਂ ਰੱਖਣਾ ਹੈ? ਨਹੀਂ ਉਹ ਰੱਖਦੇ ਟਾਈਮ ਪਰ ਮਤਲਬ ਇਹ ਉਹਦਾ ਬਾਪ ਜਿਹੜਾ ਨਾ ਮਾਂ ਮਤਲਬ ਗੱਲਾਂ ਮਤਲਬ ਕੀਤੀ ਰੱਖਦਾ, ਟੋਕ ਵੱਡਾ ਕੀਤੀ ਰੱਖਦਾ। ਕੀ ਕਹਿੰਦਾ? ਆਂਦਾ ਇੱਥੇ ਕਿਉਂ ਆਈ ਹੈ, ਫਲਾਣੀ ਹੈ ਫਲਾਣੀ ਹੈ, ਇੰਨੇ ਇਸ ਤਰ੍ਹਾਂ ਕੇ ਬਹਾਨੇ ਬਣਾਈ ਰੱਖਦਾ। ਕੌਣ ਕਹਿੰਦਾ? ਮੀਆਂ ਮੇਰਾ ਕਹਿੰਦਾ। ਜਦੋਂ ਤਲਾਕ ਹੋ ਗਈ ਫਿਰ ਉਹਨੇ ਤਾਂ ਕਹਿਣਾ ਹੀ ਹੈ ਨਾ। ਤਲਾਕ ਨਾ ਹੋਈ ਹੁੰਦੀ ਫਿਰ ਸ਼ਾਇਦ ਮਤਲਬ ਇਹ ਫਿਰ ਵੀ ਕਰਨ ਨੂੰ ਹਟ ਜਾਵੇ, ਫਿਰ ਤਾਂ ਚਲੋ ਬੰਦਾ ਅੱਗੇ ਗੁਜ਼ਾਰਾ ਕਰਦਾ, ਫਿਰ ਹੀ ਕਰਦਾ ਰਹੇ। ਪਰ ਹੁਣ ਤਲਾਕ ਹੋ ਗਈ, ਹੁਣ ਨਹੀਂ ਗੁਜ਼ਾਰਾ ਹੋ ਜਾਂਦਾ, ਹੁਣ ਗੱਲ ਬਰਦਾਸ਼ਤ ਨਹੀਂ ਹੁੰਦੀ। ਰਿਸ਼ਤੇਦਾਰਾਂ 'ਚ ਸ਼ਾਦੀ ਹੋਈ? ਹਾਂਜੀ ਰਿਸ਼ਤੇਦਾਰਾਂ 'ਚ। ਬੇਟੇ ਦੀ ਸ਼ਾਦੀ ਹੋਈ ਹੈ, ਤਿੰਨਾਂ ਬੇਟਿਆਂ 'ਚੋਂ ਕਿਸੇ ਇੱਕ ਨੇ ਨਹੀਂ ਤੁਹਾਨੂੰ ਕਿਹਾ ਕਿ ਸਾਡੀ ਮਾਂ ਹੈ, ਸਾਡੇ ਕੋਲ ਰਹੇ? ਨਹੀਂ ਉਹ ਤਾਂ ਕਹਿੰਦੇ ਫਿਰ ਮਤਲਬ ਇਹ ਵਾਲਿਦ ਵੀ ਉਹਨਾਂ ਦਾ ਉੱਥੇ ਹੀ ਰਹਿੰਦਾ ਨਾ, ਫਿਰ ਉੱਥੇ 2 ਜਣੇ ਰਹਿ ਨਹੀਂ ਸਕਦੇ, ਤਲਾਕ ਹੋ ਗਈ ਨਾ ਇਸ ਵਜ੍ਹਾ ਨਾਲ। ਨਾਲੇ ਅਸੀਂ ਕਿਰਾਏ ਤੇ ਰਹਿੰਦੇ ਹਾਂ, ਸਾਡਾ ਕਿਹੜਾ ਆਪਣਾ ਮਕਾਨ ਜ਼ਾਤੀ ਮਕਾਨ ਹੈਗੇ ਜੀ, ਉਹਦੇ ਵਿੱਚ ਸਾਈਡ ਤੇ ਮੈਨੂੰ ਬਿਠਾ ਲੈਣਗੇ। ਅੱਛਾ, ਤੇ ਤੁਹਾਡੇ ਆਪਣੇ ਭੈਣ ਭਾਈ ਆਪਣੇ ਰਿਸ਼ਤੇਦਾਰ ਨਹੀਂ ਹੈ? ਰਿਸ਼ਤੇਦਾਰ ਮਤਲਬ ਇੱਕੋ ਭਾਈ ਸੀ ਜਿਹੜਾ ਮਤਲਬ ਵੱਟੇ ਤੇ ਸੀ, ਉਹ ਸਹੀ ਨਹੀਂ ਸਮਝਦਾ ਸੀ। ਵਾਲਦਾ ਜਿਹੜੀ ਫੌਤ ਹੋ ਗਈ ਬਸ। ਤੁਹਾਡੇ ਅੱਗੇ ਪਿੱਛੇ ਹੁਣ ਕੋਈ ਵੀ ਨਹੀਂ? ਨਹੀਂ ਹਜੇ ਹੈਣ ਵੀ ਤਾਂ ਨਹੀਂ ਅਗਲੇ ਮਤਲਬ ਰੋਟੀ ਦੇ ਸਕਦੇ। ਹੈਨ ਵੀ ਤਾਂ ਨਹੀਂ ਦੇ ਸਕਦੇ? ਹਾਂ ਨਹੀਂ ਬੱਚੇ ਨਹੀਂ ਤੁਹਾਡੇ ਆਪਣੇ? ਹਾਂ, ਸ਼ੋਹਰ ਨੇ ਤਾਂ ਤਲਾਕ ਦੇ ਦਿੱਤੀ, ਹੁਣ ਬੱਚੇ ਨੇ ਤੁਹਾਡੇ ਘਰ, ਉਹਨਾਂ 'ਚ ਕੋਈ ਤੁਹਾਡਾ ਬਣਦਾ ਹੈ? ਕੋਈ ਮਤਲਬ ਅੱਲਾ ਉਹਨਾਂ ਨੂੰ ਹਿਦਾਇਤ ਦੇਵੇਗਾ, ਜਦੋਂ ਸ਼ਾਦੀशुदा ਹੋ ਗਏ ਫਿਰ ਬਣ ਜਾਣਗੇ। ਇੱਕ ਦੀ ਤਾਂ ਸ਼ਾਦੀ ਹੋਈ ਹੈ? ਹਾਂ ਇੱਕ ਦੀ, ਤੇ ਫਿਰ ਉਹ ਨਾਲ ਹੀ ਮਿਲ ਕੇ ਰਹਿੰਦਾ ਨਾ, ਕਿਉਂ ਸੱਜੀ ਰੋਟੀ ਮਸੇ ਪੇਟ ਪੂਜਾ ਆਪਦਾ ਹੀ ਉਹ ਮਤਲਬ ਕਰਦੇ ਨਾ, ਕਿ ਇੰਨਾ ਹੀ ਮਤਲਬ ਨਹੀਂ ਹੈ ਮਤਲਬ ਰੋਟੀ ਖੁੱਲੀ ਕਿ ਮਤਲਬ ਚਲੋ ਬੰਦੇ ਨੂੰ ਮਾਂ ਨੂੰ ਜਾਂ ਸਾਈਡ ਤੇ ਬੰਦਾ ਬਿਠਾ ਦਿੰਦਾ ਜਾਂ ਸਾਈਡ ਤੇ ਰੋਟੀ ਦੇ ਦਿੰਦਾ, ਉਹ ਮਸਲਾ ਵੀ ਨਹੀਂ ਹੈ। ਪੇਟ ਆਪਦਾ ਹੀ ਪਾਲ ਸਕਦੇ ਨੇ। ਬੇਟੀਆਂ ਨੇ ਵੀ ਨਹੀਂ ਕਦੀ ਕਿਹਾ? ਨਹੀਂ ਬੇਟੀਆਂ ਵੀ ਕਹਿੰਦੀਆਂ ਪਰ ਉਹਨਾਂ ਦੇ ਜਿਹੜੇ ਉਹ ਗੈਰਾਂ ਵਿੱਚ ਹੈਗੀਆਂ ਅਗਲੇ ਗੱਲਾਂ ਕਰਦੇ ਨੇ।
ਅਸੀਂ ਕਿਉਂ ਆਦੀ ਸੱਸ ਨੂੰ ਮਤਲਬ ਪਾਲੀਏ ਅਸੀਂ ਉਹ ਹਾਲਾਤ ਮੇਰੇ ਬੇਟੀ ਇਸੇ ਤਰੀਕੇ ਤੇ ਸਾਰੇ ਹੀ ਇਸੇ ਤਰੀਕੇ ਨਸੀਬ ਸਾਡੇ ਇਸ ਤਰ੍ਹਾਂ ਦੇ। किस तरह रहे जिते लाहौर 13 साल हो गए थे मैं बस मेहनत मजदूरी करके मतलब आपका गुजारा कर रही हूँ बीबियों के साथ। ਤੇ ਕਿਸੇ ਮਤਲਬ ਔਰਤਾਂ ਦੇ ਨਾਲ ਰਹਿੰਦੇ हाँ जी हाँ जी औरतों के नाल रहनी, वो भी मतलब आदि मेहनत मजदूरी करदी उन्हां दे नाल सारा दिन आदा मतलब मेहनत मजदूरी की शाम ਨੂੰ ਉਹਨਾਂ ਕੋਲ ਆ ਕੇ मतलब सो गया। ਅੱਛਾ ਮਾਂ ਜੀ ਮੈਨੂੰ ਇੱਕ ਗੱਲ ਦੱਸੋ, ਸਾਲ ਹੋ ਗਏ ਡਿਵੋਰਸ ਹੋਈ, 13 ਸਾਲ ਹੋ ਗਏ ਤੁਹਾਨੂੰ ਕਰੋ ਨਿਕਲੇ, ਤੇ ਤੁਸੀਂ ਤਾਂ ਦੂਸਰੀ ਸ਼ਾਦੀ ਵੀ ਕਰ ਸਕਦੇ ਸੀ। नहीं दूसरी शादी नहीं अच्छा नहीं बंदा लगता है, एक इंसान जो सुकून ना हो दूसरे च नहीं मिलता। लेकिन नाज़रीन अगर इनका जो शोहर है अगर वो ये प्रोग्राम देख रहा हो तो मैं उनको यही कहना चाहूँगी कि ये देखें, ये मैंने सवाल उनके लिए किया था कि वो जो शक करते थे और वो इस तरह की बातें करते थे। इन्होंने शादी नहीं की, 13 साल हो गए अकेले यहाँ पर रह रही हैं, लेकिन शादी नहीं की। ये चाहती तो शादी कर सकती थी, ये चाहती तो किसी समझ रहे हैं आप कि आप किसी के साथ सलाम दुआ कर लेनी, ये जितना औरतें आजकल करती हैं वो कर सकती थी, लेकिन नहीं, ऐसा कुछ भी नहीं किया। यानी कि इनमें ख़राबी नहीं थी, ये आज भी ठीक है। अगर ये ख़राब होती तो या तो शादी करते या इस तरह कोई भी बाहर अपने किसी के साथ दोस्ती यारियाँ लगा लेती, लेकिन नहीं लगाई। मैं उन बच्चों से यही कहना चाहूँगी, माजी के जो बच्चे हैं, इनके बेटे इनकी बेटियाँ उनके शौहर को, कि इस तरह की माएँ नहीं मिलती, कहीं नहीं मिलती। आप लोगों ने बहुत बड़ी गलती की है। और शौहर से भी मैं कहना चाहूँगी, बदकिस्मत शौहर है जिसने ऐसी अपनी बीवी ऐसी औरत को छोड़ा। ऐसी औरत दुनिया में बहुत कम है। यहाँ पर तो शादी करने के बाद भी मर्द जो है दूसरी जगह पे मुंह मार रहे होते हैं, औरतें भी मार रही होती हैं, लेकिन ये देखिए इस तरह की चंद औरतें बहुत कम हैं जो अपनी ज़िंदगी में एक ही मर्द चाहती हैं और उसके साथ सारी ज़िंदगी गुजारना चाहती हैं। तलाक होने के बाद भी अभी भी अकेली बैठी हैं, लेकिन नहीं, दूसरा मर्द ज़िंदगी में नहीं आया। बच्चों ने कुछ कहना चाहोगे? नहीं नहीं कुछ नहीं। नाज़रीन मैं इनके बच्चों को और इनके शोहर को यही कहना चाहूँगी कि आप लोगों ने बहुत बड़ी गलती की है। बच्चों से यही कहूँगी अपनी माँ को अपने पास नहीं रखा, बदकिस्मत औलाद है। शोहर से ये कहना चाहूँगी कि वो शोहर बदकिस्मत है जिसने ऐसी औरत को छोड़ा। बाकी जो लोग ये प्रोग्राम देख रहे हैं उनके लिए मेरा ये पैगाम है कि अगर आप शादी कर रहे हैं तो वटा सटा कभी भी ना करें। एक घर ख़राब हो रहा है तो साथ दूसरा घर ऐसे ही ख़राब हो जाएगा जैसे इनका घर ख़राब हुआ है। यही कहूँगी लास्ट में, सारे हालात आप लोगों के सामने हैं, फैसला आप लोगों के हाथ है। आप लोगों ने देख के अपने बच्चों की शादी करनी है ताकि कल को इस तरह घर बर्बाद ना हो। मुझे इजाज़त नहीं मिलती अगले प्रोग्राम में, तब तक के लिए अल्लाह हाफिज़।